ਸਤਿ ਸ਼੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ, ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਕਿਸਾਨੀ ਦਾ ਮੁੱਦਾ ਬੜਾ ਗੰਭੀਰ ਮੁੱਦਾ ਹੈ ਕਿਉਂਕਿ ਹਰ ਇੱਕ ਨੇ ਰੋਟੀ ਖਾਣੀ ਹੁੰਦੀ ਹੈ, ਔਰ ਚਾਹੇ ਕੋਈ ਬਿਜ਼ਨਸਮੈਨ ਹੈ, ਚਾਹੇ ਕੋਈ ਭਿਖਾਰੀ ਹੈ, 2 ਟਾਈਮ ਦੀ ਰੋਟੀ ਤਾਂ ਹਰ ਇੱਕ ਨੂੰ ਚਾਹੀਦੀ ਹੈ। ਪਰ ਇਹਦੇ ਬਾਵਜੂਦ ਵੀ ਦੁਨੀਆ ਭਰ ਦੇ ਵਿੱਚ, ਇਕੱਲੇ ਭਾਰਤ ਦੇ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਜਿਹੜੀ ਕਿਸਾਨੀ ਹੈ ਉਹ ਸੰਕਟ ਦੇ ਵਿੱਚ ਹੈ, ਔਰ ਕਿਸਾਨਾਂ ਦੀ ਬੇਕਦਰੀ ਪਤਾ ਨਹੀਂ ਕਿੰਨਾ ਕਾਰਨਾਂ ਕਰਕੇ ਹੋ ਰਹੀ ਹੈ। ਸੋ ਇਹ ਅੰਤਰਰਾਸ਼ਟਰੀ ਜਿਹੜਾ ਕਿਸਾਨਾਂ ਦੀ ਬੇਕਦਰੀ ਹੋ ਰਹੀ ਹੈ, ਇਹਦੀ ਹੀ ਕੁਝ ਬੈਕਗਰਾਊਂਡ ਜਾਣਨ ਲਈ ਅਸੀਂ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ, ਜੋ ਕਿ ਜਾਣੇ ਮਾਣੇ ਇਤਿਹਾਸਕਾਰ ਨੇ ਔਰ ਬੜੀਆਂ ਬੇਬਾਕੀ ਦੇ ਨਾਲ ਤੇ ਬੜੇ ਬੇਖੌਫ ਹੋ ਕੇ ਆਪਣੀਆਂ ਟਿੱਪਣੀਆਂ ਰੱਖਦੇ ਨੇ। ਸੋ ਅੱਜ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਢਿੱਲੋਂ ਸਾਹਿਬ ਨੂੰ ਮੇਰਾ ਪਹਿਲਾ ਸਵਾਲ ਇਹ ਹੋਏਗਾ ਕਿ ਢਿੱਲੋਂ ਸਾਹਿਬ, ਜਿਵੇਂ ਪੰਜਾਬ ਦੇ ਵਿੱਚ ਅੱਜ ਹੁਣ ਐਜੀਟੇਸ਼ਨ ਚੱਲ ਰਹੇ ਨੇ, ਜਿਹੜਾ ਮੋਦੀ ਸਾਹਿਬ ਨੇ ਬਿੱਲ ਪਾਸ ਕੀਤਾ ਐਗਰੀਕਲਚਰ ਦੇ ਨਾਲ ਸੰਬੰਧਿਤ, ਹੁਣ ਮਤਲਬ ਕਈ ਪੱਖਾਂ ਤੋਂ ਕਈ ਗੱਲਾਂ ਆ ਰਹੀਆਂ ਨੇ, ਕਿਸਾਨੀ ਸੰਕਟ ਦੀਆਂ ਗੱਲਾਂ ਵੀ ਚੱਲ ਪਈਆਂ, ਬਹੁਤ ਕੁਝ ਚੱਲ ਰਿਹਾ। ਹਾਲਾਂਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਕਿਸਾਨੀ ਸੰਕਟ ਅੱਜ ਦਾ ਨਹੀਂ, ਬੜਾ ਪੁਰਾਣਾ ਚੱਲ ਰਿਹਾ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ। ਪਰ ਜਿਹੜਾ ਖੇਤੀ ਸੰਕਟ ਦੀ ਆਪਾਂ ਗੱਲ ਕਰਦੇ ਹਾਂ, ਜਾਂ ਅਸੀਂ ਕਹਿੰਦੇ ਕਿ ਕਿਸਾਨਾਂ ਦੀ ਬੇਕਦਰੀ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਹੋ ਰਹੀ ਆ, ਤਾਂ ਤੁਹਾਨੂੰ ਇਹ ਮਤਲਬ ਇਹਦੀ ਜਿਹੜੀ ਬੈਕਗਰਾਊਂਡ ਆ ਬੇਕਦਰੀ ਕਿਸਾਨਾਂ ਦੀ, ਇਕੱਲੀ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਨਜ਼ਰ ਆਉਂਦੀ ਹੈ, ਜਾਂ ਮਤਲਬ ਆਲ ਓਵਰ ਵਰਲਡ ਦੇ ਵਿੱਚ ਕਿਸਾਨਾਂ ਨੂੰ ਮਤਲਬ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਬ੍ਰੇਨ ਔਨ ਟੀਵੀ ਦੇ ਸਾਰੇ ਸਰੋਤਿਆਂ ਨੂੰ ਤੁਹਾਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਬੜਾ ਇੰਪੋਰਟੈਂਟ ਮੁੱਦਾ ਉਠਾਇਆ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਦੇ ਉੱਤੇ ਬਹੁਤ ਭਾਰੀ ਸੰਕਟ ਆ। ਮੈਂ ਇਸ ਦਾ ਜਵਾਬ ਦੇ ਰਿਹਾ ਵੀ ਇਹ ਸੰਕਟ ਅੱਜ ਦਾ ਨਹੀਂ, ਇਹ ਸੰਕਟ ਬਹੁਤ ਮੁੱਢੋਂ ਚੱਲਿਆ ਆ ਰਿਹਾ, ਔਰ ਦੁਨੀਆ ਦੇ ਵਿੱਚ ਕਿਸੇ ਖਿੱਤੇ ਦੇ ਵਿੱਚ ਕਿਸਾਨ ਵਿਚਾਰਾ ਖੁਸ਼ਹਾਲ ਨਹੀਂ ਹੈ। ਚਾਹੇ ਅਮਰੀਕਾ ਲੈ ਲਈਏ, ਆਸਟ੍ਰੇਲੀਆ ਲੈ ਲਈਏ, ਨਿਊਜ਼ੀਲੈਂਡ ਲੈ ਲਈਏ, ਯੂਰਪ ਲੈ ਲਈਏ, ਇੰਡੀਆ ਲੈ ਲਈਏ, ਪਾਕਿਸਤਾਨ ਲੈ ਲਈਏ, ਹਰ ਖਿੱਤੇ ਦੇ ਵਿੱਚ, ਹਰ ਕੰਟਰੀ ਦੇ ਵਿੱਚ, ਹਰ ਮੁਲਕ ਦੇ ਵਿੱਚ ਜਿਹੜਾ ਕਿਸਾਨ ਆ ਉਹ ਵਿਚਾਰਾ ਪਰੇਸ਼ਾਨ ਆ, ਔਰ ਕਿਸਾਨ ਦੇ ਉੱਤੇ ਬਹੁਤ ਭਾਰੀ ਸੰਕਟ ਚੱਲਿਆ ਆ ਰਿਹਾ। ਇਸ ਗੱਲ ਦਾ ਜੌਨ ਐਫ ਕੈਨੇਡੀ, ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਇੱਕ ਬਹੁਤ ਹੀ ਦਿਲਚਸਪ ਇਸ ਗੱਲ ਦਾ ਦੱਸਿਆ ਸੀ ਵੀ ਇਹ ਸੰਕਟ ਦਾ ਕਾਰਨ ਕੀ ਹੈ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਿਸਾਨ ਆ, they sell everything in wholesale and they buy everything in retail। ਆ ਸੰਕਟ ਹੈ। ਇਹ ਸਾਰਾ ਉਹਨਾਂ ਨੇ ਇੱਕ ਸੈਂਟੈਂਸ ਦੇ ਵਿੱਚ, ਜੌਨ ਐਫ ਕੈਨੇਡੀ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਉਹ ਵਿਚਾਰਿਆਂ ਦੀ ਅਸੈਸੀਨੇਸ਼ਨ ਹੋ ਗਈ ਸੀ। ਖੈਰ ਉਹ ਆਪ ਕਿਸਾਨ ਤਾਂ ਨਹੀਂ ਸੀ, ਪਰ ਉਹ ਬੜੇ ਮਤਲਬ ਚਿੰਤਕ ਬੰਦੇ ਸੀ, ਬੜੇ ਸੂਝਵਾਨ ਸੀ, ਸਿਆਸਤਦਾਨ ਸੀ, ਬੜੇ ਸਮਝਦਾਰ ਸੀ, ਔਰ ਉਹਨਾਂ ਨੇ ਇਹ ਗੱਲ ਇੱਕ ਲਾਈਨ 'ਚ ਹੀ ਸਮ ਅਪ ਕਰਤੀ ਸੀ ਕਿਸਾਨ ਦੇ। ਸਾਹਿਬ ਜਿਹੜੀ ਕੈਨੇਡੀ ਸਾਹਿਬ ਨੇ ਗੱਲ ਕੀਤੀ ਸੀ, ਜੇ ਤੁਸੀਂ ਉਹਨਾਂ ਨੂੰ ਪੰਜਾਬੀ 'ਚ ਦੱਸ ਦੋ ਤਾਂ ਸਾਡੇ ਪੰਜਾਬੀ ਵਾਲੇ ਦਰਸ਼ਕ ਵੀ ਥੋੜਾ ਸਮਝਣ 'ਚ ਸੌਖੀ ਹੋ ਜਾਏਗੀ ਉਹਨਾਂ ਨੂੰ। ਹਾਂਜੀ ਹਾਂ, ਉਹਨਾਂ ਨੇ ਕਿਹਾ ਸੀ ਕਿ ਕਿਸਾਨ ਦੇ ਸੰਕਟ ਦਾ ਕਾਰਨ ਇਹ ਆ ਕਿ ਉਹ ਆਪਣੀ ਜਿੰਸ ਜਿਹੜੀ ਆ ਉਹ ਹੋਲਸੇਲ 'ਚ ਵੇਚਦਾ। ਹੋਲਸੇਲ ਦਾ ਮਤਲਬ ਥੋਕ 'ਚ ਵੇਚਦਾ, ਲੇਕਿਨ ਉਹ ਖਰੀਦਦਾ ਹਰ ਚੀਜ਼ ਆ ਜਿਹੜੀ ਰਿਟੇਲ 'ਚ ਖਰੀਦਦਾ। ਜੇ ਉਸਨੇ ਉਸੇ ਚੀਜ਼ ਜਿਹੜੀ ਜਿੰਸ ਉਸਨੇ ਥੋਕ 'ਚ ਵੇਚੀ ਆ, ਉਸੇ ਚੀਜ਼ ਨੂੰ ਦੁਬਾਰਾ ਉਹ ਲੈਣ ਜਾਏਗਾ ਤਾਂ ਉਹ ਰਿਟੇਲ 'ਚ ਲੈ ਕੇ ਆਏਗਾ, ਕਿਲੋ, ਅੱਧਾ ਕਿਲੋ, ਪਾਈਆ, 10 ਗ੍ਰਾਮ, 50 ਗ੍ਰਾਮ, ਤਾਂ ਉਸ ਦੀ ਕੀਮਤ ਉਸਨੂੰ ਕਈ ਗੁਣਾ ਜ਼ਿਆਦਾ ਦੇਣੀ ਪਏਗੀ। ਤੋ ਇਹੀ ਸੰਕਟ ਦਾ ਕਾਰਨ ਆ ਸਾਰੀ ਦੁਨੀਆ ਦੇ ਕਿਸਾਨ ਦਾ, ਜਿਹੜੀ ਉਹਨਾਂ ਨੇ ਇੱਕ ਸੈਂਟੈਂਸ 'ਚ ਸਮ ਅਪ ਕੀਤਾ ਸੀ ਜੌਨ ਐਫ ਕੈਨੇਡੀ ਸਾਹਿਬ ਨੇ। ਤੋ ਪਰ ਬੜੀ ਤਰਾਸਦੀ ਵਾਲੀ ਗੱਲ ਆ ਕਿ ਦੁਨੀਆ ਦੇ ਜਿਹੜੇ ਵਿਚਾਰਵਾਨ, ਦੁਨੀਆ ਦੇ ਜਿਹੜੇ ਥਿੰਕਰ ਆ, ਦੁਨੀਆ ਦੇ ਜਿਹੜੇ ਬੜੇ ਬੜੇ ਧਰਮਾਂ ਨੂੰ ਚਲਾਉਣ ਵਾਲੇ ਬੜੇ ਪੈਗੰਬਰ ਵੀ ਹੋਏ ਆ, ਉਹਨਾਂ ਵਿੱਚੋਂ ਵਾਹਦ ਗੁਰੂ ਨਾਨਕ ਨੇ ਕਿਸਾਨ ਦੀ ਬਾਹ ਫੜੀ ਆ। ਕਿਸੇ ਹੋਰ ਚਿੰਤਕ ਨੇ, ਕਿਸੇ ਹੋਰ ਵਿਚਾਰਵਾਨ ਨੇ, ਕਿਸੇ ਹੋਰ ਪੈਗੰਬਰ ਨੇ ਕਿਸਾਨ ਦੀ ਬਾਹ ਨਹੀਂ ਫੜੀ। ਗੁਰੂ ਨਾਨਕ ਮਹਾਰਾਜ ਨੇ ਕਿਹਾ, ਖੇਤੀ ਉਤਮ, ਵਪਾਰ ਮੱਧ, ਔਰ ਨੌਕਰੀ ਤਿਰਗ। ਇਹ 3 ਚੀਜ਼ਾਂ ਉਹਨਾਂ ਨੇ ਕਹੀਆਂ, ਜਿਸ ਦੇ ਨਾਲ ਉਹਨਾਂ ਨੇ ਕਿਸਾਨ ਦੀ ਜਿਹੜੀ ਪੋਜੀਸ਼ਨ ਹੈਗੀ ਆ, ਸਟੇਟਸ ਹੈਗੀ ਆ, ਉਹ ਇਸ ਕਰਕੇ ਉੱਪਰ ਰੱਖਿਆ ਵੀ ਉਹ ਇੱਕ ਇਮਾਨਦਾਰੀ ਦੀ ਕਮਾਈ ਕਰਦਾ, ਖੂਨ ਪਸੀਨੇ ਦੇ ਬਹਾ ਕੇ ਉਹ ਪੈਦਾਵਾਰ ਕਰਦਾ ਤੇ ਲੋਕਾਂ ਦਾ ਢਿੱਡ ਭਰਦਾ, ਜਿਹੜੀ ਲੋਕਾਂ ਦੀ ਡੇ ਟੂ ਡੇ ਰਿਕੁਆਇਰਮੈਂਟ। ਕਿਸਾਨ ਹਰ ਇੱਕ ਬੰਦੇ ਦਾ ਢਿੱਡ ਭਰਦਾ,
ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ, ਜੀ ਈਮਾਨਦਾਰੀ ਦੀ ਕਮਾਈ ਦੇ ਨਾਲ, ਔਰ ਉਹ ਆਪਣਾ ਆਪ ਗਵਾ ਕੇ ਆਪਣੇ ਆਪ ਨੂੰ ਘਾਟੇ ਵਿੱਚ ਪਾ ਕੇ ਲੋਕਾਂ ਨੂੰ ਮਤਲਬ ਉਹ ਅਨਾਜ ਪੈਦਾ ਕਰਕੇ ਲੋਕਾਂ ਦਾ ਢਿੱਡ ਭਰਦਾ। ਤੋ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦੀ ਜੇ ਕਿਸੇ ਨੇ ਬਾਹ ਪੜੀ ਆ, ਉਹ ਗੁਰੂ ਨਾਨਕ ਦੇਵ ਮਹਾਰਾਜ ਨੇ ਪੜੀ ਆ। ਗੁਰੂ ਨਾਨਕ ਦੇਵ ਮਹਾਰਾਜ ਨੇ ਦੇਖੋ ਵਪਾਰ ਵੀ ਕੀਤਾ, ਨੌਕਰੀ ਵੀ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਖੇਤੀ ਕੀਤੀ। ਸਭ ਤੋਂ ਵੱਧ ਅਰਸਾ ਜ਼ਿੰਦਗੀ ਦਾ ਗੁਰੂ ਨਾਨਕ ਮਹਾਰਾਜ ਨੇ 18 ਸਾਲ ਤੋਂ ਵੱਧ ਖੇਤੀ ਕੀਤੀ ਹੈ ਕਰਤਾਰਪੁਰ ਦੇ ਵਿੱਚ ਜਾ ਕੇ। ਕਰਤਾਰਪੁਰ ਦਾ ਨਾਂ, ਉਸ ਜਗ੍ਹਾ ਦਾ ਨਾਂ ਕੀ ਰੱਖਿਆ? ਕਰਤਾਰਪੁਰ। ਜਿਹੜਾ ਕ੍ਰੀਏਟਰ ਹੈ, ਜਿਹੜਾ ਯੂਨੀਵਰਸ ਨੂੰ ਪੈਦਾ ਕਰਦਾ, ਤੋਂ ਉਸ ਦੇ ਸੰਦਰਭ ਦੇ ਵਿੱਚ ਕਿਸਾਨ ਨੂੰ ਬਹੁਤ ਉੱਚੀ ਸਥਿਤੀ ਵਿੱਚ ਰੱਖਿਆ। ਕਿਉਂ ਰੱਖਿਆ? ਇਸ ਕਰਕੇ ਰੱਖਿਆ ਕਿ ਕਿਸਾਨ ਦੀ ਜਿਹੜੀ ਕਮਾਈ ਆ, ਇਮਾਨਦਾਰੀ ਦੀ, ਸੱਚੀ ਸੁੱਚੀ ਕਮਾਈ ਆ, ਖੂਨ ਪਸੀਨੇ ਦੀ ਕਮਾਈ ਆ, ਲੋਕਾਂ ਦਾ ਢਿੱਡ ਭਰਨ ਦੀ ਕਮਾਈ ਆ। ਪਰ ਜਿੰਨੀਆਂ ਵੀ ਅੱਜ ਤੱਕ ਤਾਕਤਾਂ ਆਈਆਂ, ਉਹਨਾਂ ਤਾਕਤਾਂ ਨੇ ਕਿਸਾਨ ਦੇ ਨਾਲ ਧੋਖਾਧੜੀ ਕੀਤੀ ਆ, ਉਹਨਾਂ ਨੂੰ ਐਕਸਪਲੋਇਟ ਕੀਤਾ, ਉਹਨਾਂ ਦੇ ਨਾਲ ਕੋਈ ਉਹਨਾਂ ਦੇ ਹਿੱਤ ਦੇ ਵਿੱਚ ਗੱਲ ਨਹੀਂ ਕੀਤੀ। ਅੱਜ ਵੀ ਇਹੀ ਹੋ ਰਿਹਾ। ਜਿਹੜੇ ਸ਼ਾਸਤਰੀ ਜੀ ਸੀ, ਉਹਨਾਂ ਨੇ ਕਿਹਾ ਜੈ ਜਵਾਨ ਜੈ ਕਿਸਾਨ। ਅੱਜ ਕਿੱਧਰ ਗਿਆ ਜੈ ਕਿਸਾਨ? ਅੱਜ ਕਿਸਾਨ ਸੜਕਾਂ ਤੇ ਰੁਲਦਾ ਫਿਰਦਾ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਮੁਲਕ ਦੇ ਵਿੱਚ ਹਰ ਸਾਲ ਕਿਸਾਨ ਖੁਦਕੁਸ਼ੀ ਕਰਦੇ ਆ, ਔਰ ਸਭ ਤੋਂ ਵੱਧ ਖੁਦਕੁਸ਼ੀ ਜਿਹੜੀ ਕਿਸਾਨਾਂ ਦੀ ਹੁੰਦੀ ਹੈ ਪੰਜਾਬ ਦੇ ਵਿੱਚ ਹੁੰਦੀ ਹੈ। ਪੰਜਾਬ ਟੈਰੀਟਰੀ ਦੇ ਤੌਰ ਦੇ ਉੱਤੇ ਬਹੁਤ ਛੋਟਾ ਸੂਬਾ, ਬਾਵਜੂਦ ਇਸ ਗੱਲ ਦੇ ਵੱਧ ਤੋਂ ਵੱਧ ਜਿਹੜੇ ਕਿਸਾਨ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀ ਕਰਦੇ ਆ। ਫਿਰ ਮਹਾਰਾਸ਼ਟਰ ਤਾਂ ਬਹੁਤ ਵੱਡੀ ਸਟੇਟ ਹੈ ਟੈਰੀਟੋਰੀਅਲੀ। ਤੋਂ ਇਸ ਕਰਕੇ ਅੱਜ ਵੀ ਇਸ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ 70% ਲੋਕ ਜਿਹੜੇ ਆ ਉਹ ਕਿਸਾਨੀ ਤੇ ਨਿਰਭਰ ਆ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਰੋਟੀ ਰੋਜ਼ੀ ਕਿਸਾਨੀ ਤੇ ਨਿਰਭਰ ਆ। ਔਰ ਕਿਸਾਨ ਦੀ ਜਿਹੜੀ ਕਮਾਈ ਆ ਉਹ ਇਮਾਨਦਾਰੀ ਦੀ ਕਮਾਈ ਆ। ਉਹਦੇ ਵਿੱਚ ਕੋਈ ਉੱਚ ਨੀਚ ਹੋ ਨਹੀਂ ਸਕਦੀ, ਕੋਈ ਠੱਗੀ ਠੋਰੀ ਹੋ ਨਹੀਂ ਸਕਦੀ। ਪਰ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਉਲਟ ਰਹੀ ਆ, ਔਰ ਕਿਸਾਨਾਂ ਤੋਂ ਅਨਾਜ ਆਪਣੀਆਂ ਕੀਮਤਾਂ ਮੁਕਰਰ ਕਰਕੇ ਖਰੀਦ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਰੋਲਿਆ ਜਾਂਦਾ, ਜਦ ਕਿ ਉਹਨਾਂ ਦੀ ਜਿਹੜੀ ਕਾਸਟ ਹੈ, ਜਿੰਨੀ ਉਹਨਾਂ ਦੀ ਉਸ ਦੇ ਉੱਤੇ ਕਾਸਟ ਹੁੰਦੀ ਹੈ, ਉਹ ਕਾਸਟ ਵੀ ਨਹੀਂ ਦਿੱਤੀ ਜਾਂਦੀ, ਕਾਸਟ ਪ੍ਰਾਈਸ ਵੀ ਨਹੀਂ ਦਿੱਤੀ ਜਾਂਦੀ। ਅੱਜ 3 ਆਰਡੀਨੈਂਸ ਮੋਦੀ ਸਾਹਿਬ ਨੇ ਕਿਹਾ ਸੀ, ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ ਜਦੋਂ ਪਾਵਰ 'ਚ ਆਏ ਨਹੀਂ ਸੀਗੇ। ਲੇਕਿਨ ਅੱਜ ਜਿਹੜੀ ਕਿਸਾਨਾਂ ਦੀ ਜਿਹੜੀ ਵੀ ਵਿਚਾਰਿਆਂ ਦੀ ਥੋੜੀ ਬਹੁਤੀ ਆਮਦਨ ਆ, ਉਹਦੇ ਤੇ ਵੀ ਡਾਕਾ ਮਾਰ ਲਿਆ। ਹੁਣ ਦੇਖੋ, ਕਿਸਾਨ ਨੂੰ ਹਿੰਦੁਸਤਾਨ 'ਚ 200 ਰੁਪਏ ਸਬਸਿਡੀ ਮਿਲਦੀ ਹੈ, ਸਿਰਫ 200 ਪਰ ਸਾਲ ਪਰ ਈਅਰ, ਜਦ ਕਿ ਜਿਹੜਾ ਅਮਰੀਕਾ ਦਾ ਕਿਸਾਨ ਉਹਨੂੰ $6000 ਮਿਲਦੇ ਆ ਪਰ ਈਅਰ, ਜਦ ਕਿ ਉੱਥੇ ਵੱਡੇ ਤੋਂ ਛੋਟੇ ਤੋਂ ਛੋਟਾ ਕਿਸਾਨ 600 ਏਕੜ ਦਾ ਮਾਲਕ ਆ। ਅੱਜ ਇਸ ਮੁਲਕ ਦੇ ਵਿੱਚ ਜਿਹੜਾ ਕਿਸਾਨ ਆ 1 ਜਾਂ 2 ਏਕੜ ਦਾ ਹੀ ਮਾਲਕ ਆ ਐਵਰੇਜ, ਜੇ ਉਸਦੀ ਤੁਸੀਂ ਲੈਂਡ ਹੋਲਡਿੰਗ ਨੂੰ ਦੇਖੋਗੇ। ਤਾਂ ਇਹ ਸਾਰੀ ਸਥਿਤੀ ਦੇ ਵਿੱਚ ਜੇ ਸਰਕਾਰ ਤੋਂ ਕਿਸਾਨ ਕੀ ਮੰਗ ਕਰ ਰਿਹਾ ਕਿ ਉਸ ਦੀ ਜਿਨਸ ਦੀ MSP ਜਿਹੜੀ ਉਹ ਕਾਨੂੰਨ ਬਣੇ, ਕਾਨੂੰਨ ਦੇ ਦਾਇਰੇ ਵਿੱਚ ਉਸ ਨੂੰ ਲਿਆਂਦਾ ਜਾਵੇ। ਹੁਣ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਮੋਦੀ ਦੀ ਸਰਕਾਰ ਆ, ਉਹ ਮੂੰਹ ਜਵਾਨੀ ਤਾਂ ਕਹੀ ਜਾਂਦੇ ਆ ਵੀ ਅਸੀਂ MSP ਲਾਗੂ ਰੱਖਾਂਗੇ, ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਮੁਕਰਰ ਕੀਤੀ ਹੈ ਸਰਕਾਰ ਦੀ, ਉਹਨੂੰ ਲਾਗੂ ਰੱਖਾਂਗੇ। ਪਰ ਕਿਸਾਨ ਕੀ ਕਹਿ ਰਿਹਾ ਕਿ ਕਿਸਾਨ ਤੁਹਾਡੀ ਜ਼ਬਾਨ ਤੇ ਨਹੀਂ ਇਤਮਾਨ ਕਰ ਰਿਹਾ। ਕਿਸਾਨ ਚਾਹੁੰਦਾ ਕਿ ਉਹ ਜਿਹੜੇ ਐਕਟ ਬਣਾਏ ਆ 3, ਉਹਨਾਂ 3 ਐਕਟਾਂ ਦੇ ਵਿੱਚ ਇਹ ਚੀਜ਼ ਪਾ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਧਰਵਾਸਾ ਮਿਲ ਜੇ ਕਿ ਹੁਣ ਇਹ ਸਾਰੀ ਚੀਜ਼ ਮਕਬੂਲ ਰਹੇਗੀ। ਉਹ ਕਿਸਾਨ ਆਪਣੇ ਆਉਣ ਵਾਲੀਆਂ ਜਿਨਸਾਂ, ਆਉਣ ਵਾਲੇ ਜਿਹੜੇ ਉਹਨਾਂ ਦੇ ਜੋ ਪਰਿਵਾਰ ਹੈ, ਉਹਨਾਂ ਦਾ ਵੀ ਫਿਕਰ ਕਰ ਰਿਹਾ ਵੀ ਸਾਡੀ ਤਾਂ ਜ਼ਿੰਦਗੀ ਨਿਕਲ ਗਈ, ਜਿਹੜੇ ਆਉਣ ਵਾਲੇ ਸਾਡੇ ਪੁੱਤ ਪੋਤੇ ਪੜੋਤੇ ਉਹ ਕੀ ਵਿਚਾਰੇ ਕਰਨਗੇ। ਤੋਂ ਮੋਦੀ ਸਾਹਿਬ ਇਸ ਗੱਲ ਦੇ ਵਿੱਚ ਸਾਰੀ ਠੱਗੀ ਠੋਰੀ ਹੇਰਾਫੇਰੀ ਕਰ ਰਹੇ ਆ, ਜਦ ਕਿ ਬੜੇ ਬੜੇ ਧਨਾਡਾਂ ਨੂੰ 50-50 ਹਜ਼ਾਰ ਕਰੋੜ ਦੀਆਂ ਜਿਹੜੀਆਂ ਜੋ ਵੀ ਮਾਫੀਆਂ ਦਿੱਤੀਆਂ ਜਾਂਦੀਆਂ ਟੈਕਸਾਂ ਤੋਂ, ਔਰ ਜਿਹੜਾ ਕਿਸਾਨ ਆ ਉਸ ਨੂੰ 200 ਰੁਪਏ ਪਰ ਕਿਸਾਨ ਪਰ ਈਅਰ ਸਿਰਫ ਸਬਸਿਡੀ ਮਿਲਦੀ ਹੈ ਇਸ ਮੁਲਕ ਦੇ ਵਿੱਚ। ਉਹ ਵੀ ਜਿਹੜੇ ਵੱਡੇ ਕਿਸਾਨ ਆ ਉਹ ਲੈ ਜਾਂਦੇ, ਛੋਟੇ ਕਿਸਾਨਾਂ ਨੂੰ ਨਹੀਂ ਮਿਲਦੀ। ਹੁਣ MSP ਦੀ ਗੱਲ ਕਰੀਏ, ਮੱਕੀ ਦੀ ਕੀਮਤ 1850 ਕੁਇੰਟਲ ਇਹਨਾਂ ਨੇ ਮੁਕਰਰ ਕੀਤੀ ਹੈ ਸਰਕਾਰ ਨੇ MSP ਦੇ ਵਿੱਚ। ਪਰ ਕਿਸਾਨ ਜਿਹੜਾ ਮੱਕੀ ਪੈਦਾ ਕਰਨ ਵਾਲਾ
ਉਹ ਮਜਬੂਰੀ ਦੇ ਵਿੱਚ ਆਪਣੀ ਮੱਕੀ ਨੂੰ 600 650 700 800 ਹਜ਼ਾਰ ਰੁਪਏ ਤੱਕ ਵੇਚ ਰਿਹਾ, ਉਹ ਮਜਬੂਰੀ ਚ ਵੇਚ ਰਿਹਾ। ਤੋ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਵਿਚਾਰੇ ਸੜਕਾਂ ਤੇ ਮੀਂਹ ਦੇ ਵਿੱਚ ਧੁੱਪ ਦੇ ਵਿੱਚ ਆਪਣੇ ਘਰਾਂ ਦੇ ਵਿੱਚੋਂ ਘਰਾਂ ਪਰਿਵਾਰਾਂ ਨੂੰ ਪਿੱਛੇ ਛੱਡ ਕੇ ਰੋਲਦੇ ਫਿਰਦੇ ਆ। ਸਿਰਫ ਇਹੀ ਮੰਗ ਕਰ ਰਹੇ ਆ ਕਿ ਤੁਸੀਂ MSP ਸਾਨੂੰ ਜਿਹੜੇ ਐਕਟ ਦੇ ਵਿੱਚ ਲੈ ਕੇ ਦਿਓ, ਐਕਟ ਦੇ ਵਿੱਚ ਉਸ ਨੂੰ ਲਿਖ ਕੇ ਦਿਓ ਤਾਂ ਕਿ ਸਾਨੂੰ ਤੁਹਾਡੀ ਗੱਲ ਦੇ ਉੱਤੇ ਪੱਕੀ ਮੋਹਰ ਲੱਗ ਜਾਵੇ। ਜਦ ਕਿ ਸਰਕਾਰ ਮੂੰਹ ਜ਼ਬਾਨੀ ਮੂੰਹ ਗੱਲ ਕਹਿੰਦੀ ਆ, ਉਸ ਗੱਲ ਦੇ ਉੱਤੇ ਕਿਸਾਨ ਦਾ ਇਤਬਾਰ ਨਹੀਂ। ਠੀਕ ਕਿਸਾਨ ਠੀਕ ਹੈ, ਔਰ ਇਸ ਚੀਜ਼ ਦੇ ਨਾਲ ਜਿਸ ਕਿਸਮ ਦਾ ਕਾਨੂੰਨ ਇਹ ਲੈ ਕੇ ਆਏ ਆ ਮੋਦੀ ਸਾਹਿਬ, ਉਸ ਕਾਨੂੰਨ ਦੇ ਨਾਲ ਜਿਹੜਾ ਸਾਰਾ ਮੰਡੀ ਸਿਸਟਮ ਸੈਂਕੜੇ ਸਾਲਾਂ ਤੋਂ ਚੱਲਦਾ, ਇਫੈਕਟਿਵਲੀ ਚੱਲਦਾ, ਜਿਹੜੇ 30,000 ਆੜ੍ਹਤੀ ਆ ਪੰਜਾਬ ਦੇ ਵਿੱਚ, ਉਹ ਜ਼ੀਰੋ ਸੜਕ ਦੇ ਉੱਤੇ ਆ ਜਾਏਗਾ। ਉਸ ਦੇ ਨਾਲ ਲੱਖਾਂ ਜਿਹੜੇ ਮਜ਼ਦੂਰ ਮੰਡੀਆਂ ਦੇ ਵਿੱਚ ਕੰਮ ਕਰਦੇ ਆ, ਜਿਨ੍ਹਾਂ ਨੂੰ ਪਿਛਲੇ ਸਾਲ 'ਚ ਇੱਕ ਸਾਲ 'ਚ 1100 ਕਰੋੜ ਰੁਪਏ ਦੀ ਉਹਨਾਂ ਦੀ ਮਜ਼ਦੂਰੀ ਮਿਲੀ ਆ, ਉਹ ਸਾਰੇ ਜਿਹੜੇ ਮਜ਼ਦੂਰ ਆ ਉਹ ਵਿਚਾਰੇ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ। ਉਹਨਾਂ ਦਾ ਕੋਈ ਰੁਜ਼ਗਾਰ ਰਹਿਣਾ ਨਹੀਂ ਵਿਚਾਰਿਆਂ ਦਾ। ਇਸੇ ਤਰੀਕੇ ਨਾਲ ਜਿਹੜਾ ਉਹ ਬਿਲਕੁਲ ਮਜਬੂਰ ਹੋ ਜਾਏਗਾ, ਔਰ ਉਸ ਨੂੰ ਉਸ ਮਜਬੂਰੀ ਦੇ ਵਿੱਚ ਜਿਹੜੇ ਵੱਡੇ ਵੱਡੇ ਤਨਾੜ ਆ, ਰਿਲਾਇੰਸ ਵਾਲੇ ਆ, ਦੂਸਰੇ ਮਦਾਂਤਾ ਵਾਲੇ ਆ, ਦੂਸਰੇ ਆ, ਉਹ ਸਾਰੇ ਦੇ ਸਾਰੇ ਉਹਨਾਂ ਨੂੰ ਮਜਬੂਰ ਕਰਕੇ ਆਪਣੀਆਂ ਕੀਮਤਾਂ ਤੇ ਆਪਣੀਆਂ ਜੋ ਉਹਨਾਂ ਦੇ ਮਨ ਦੇ ਵਿੱਚ ਹੈਗੀ ਆ, ਧਨਾਡਾ ਦੇ ਮਨ ਦੇ ਵਿੱਚ, ਉਹਨਾਂ ਕੀਮਤਾਂ ਤੇ ਉਹਨਾਂ ਤੋਂ ਜਿੰਸਾਂ ਖਰੀਦਣਗੇ ਔਰ ਆਪਣੇ ਵੱਡੇ ਵੱਡੇ ਗਡਾਊਨਾਂ ਦੇ ਵਿੱਚ ਉਹਨਾਂ ਨੂੰ ਰੱਖਣਗੇ, ਤੇ ਜਦੋਂ ਜਿੰਸਾਂ ਵਿਕ ਜਾਣਗੀਆਂ ਆਪਣੀ ਕੀਮਤ ਦੇ ਉੱਤੇ ਉਹਨਾਂ ਨੂੰ ਵੇਚਣਗੇ। ਸਰ ਮੇਰਾ ਇੱਕ ਸਵਾਲ ਹੈ, ਜਿਵੇਂ ਤੁਸੀਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਨੇ ਹੀ ਕਿਸਾਨਾਂ ਦੀ ਬਾਹ ਫੜੀ, ਉਹਨਾਂ ਦੇ ਪੱਖ ਦੇ ਵਿੱਚ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ, ਲੇਕਿਨ ਜਿਹੜੇ ਦੁਨੀਆ ਭਰ ਦੇ ਵਿੱਚ ਇਨਕਲਾਬੀ ਮੰਨੇ ਜਾਂਦੇ ਆ, ਸੋ ਕਾਲਡ ਕਮਿਊਨਿਸਟ, ਉਹਨਾਂ ਨੇ ਜਦੋਂ ਸੋਵੀਅਤ ਯੂਨੀਅਨ ਬਣ ਰਿਹਾ ਸੀ ਤਾਂ ਉੱਥੇ ਤਕਰੀਬਨ ਮੇਰੇ ਹਿਸਾਬ ਨਾਲ 30 ਤੋਂ 40 ਲੱਖ ਕਿਸਾਨ ਮਾਰਿਆ ਸੀ। ਤੁਸੀਂ ਇਹਦੇ ਬਾਬਤ ਕੀ ਕਹਿਣਾ ਚਾਹੋਗੇ? ਮੈਂ ਇਹਦੇ ਬਾਰੇ ਕਹਿ ਚੁੱਕਿਆ, ਸਟਾਲਿਨ ਨੇ ਘੱਟ ਤੋਂ ਘੱਟ 30 ਲੱਖ ਕਿਸਾਨਾਂ ਨੂੰ ਮਾਰਿਆ ਗੋਲੀਆਂ ਦੇ ਨਾਲ। ਇਸੇ ਤਰੀਕੇ ਨਾਲ ਮੌਜ਼ੇ ਤੁੰਗ ਨੇ, ਯਾਨੀ ਉੱਥੇ ਕਿਸਾਨਾਂ ਦਾ ਮਤਲਬ ਬੁਚਰਿੰਗ ਕੀਤੀ ਆ ਚਾਈਨਾ ਦੇ ਵਿੱਚ। ਸਾਰੀ ਦੁਨੀਆ ਦੇ ਵਿੱਚ ਕਿਸਾਨਾਂ ਦੇ ਨਾਲ ਜ਼ਾਬਤੀਆਂ ਹੁੰਦੀਆਂ, ਕਿਸਾਨਾਂ ਦੇ ਨਾਲ ਧੱਕੇ ਹੁੰਦੇ ਆ, ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਕਿਸਾਨਾਂ ਤੋਂ ਆਪਣੀ ਮਰਜ਼ੀ ਨਾਲ ਜਿਹੜੇ ਵੱਡੇ ਵੱਡੇ ਤਨਾੜ ਆ ਉਹਨਾਂ ਦੀਆਂ ਜਿੰਸਾਂ ਖਰੀਦਦੇ ਆ, ਜਦ ਕਿ ਕਿਸਾਨਾਂ ਨੂੰ ਉਹੀ ਚੀਜ਼ਾਂ ਦੁਬਾਰਾ ਖਰੀਦਣੀਆਂ ਪੈਂਦੀਆਂ ਤਾਂ ਉਹਨਾਂ ਦਾ ਜਿਹੜਾ ਮੁੱਲ ਆਧਾਰਿਤ ਕੀਤਾ ਜਾਂਦਾ ਉਹ ਵੱਡੇ ਵੱਡੇ ਧਨਾੜ ਕਰਦੇ ਆ। ਅੱਜ ਇੱਥੇ ਨਹੀਂ ਗੱਲ, ਇਹਦੀਆਂ ਗੱਲਾਂ ਹੋਰ ਵੀ ਮੈਂ ਤੁਹਾਨੂੰ ਦੱਸ ਰਿਹਾ। ਹਿੰਦੁਸਤਾਨ ਦੀ ਸਰਕਾਰ ਨਿਊਜ਼ੀਲੈਂਡ ਤੇ ਦੂਸਰੇ ਮੁਲਕਾਂ ਦੇ ਵਿੱਚੋਂ ਜਿਹੜੇ ਚੀਜ਼ ਤੇ ਮਿਲਕ ਪ੍ਰੋਡਕਟਸ ਪ੍ਰੋਡਿਊਸ ਕਰਦੇ ਆ, ਜਿਹਨਾਂ ਕੋਲ ਸਰਪਲਸ ਆ, ਉਹ ਵੀ ਹਿੰਦੁਸਤਾਨ 'ਚ ਲੈ ਕੇ ਆ ਰਹੀ ਆ। ਇਸ ਦੇ ਨਾਲ ਜਿਹੜੀ ਸਾਰਾ ਡੇਅਰੀ ਬਿਜ਼ਨਸ ਆ, ਲੋਕ ਵਿਚਾਰੇ ਮੱਝਾਂ ਵੇਚ ਕੇ ਜਾਂ ਗਊਆਂ ਦਾ ਦੁੱਧ ਵੇਚ ਕੇ ਆਪਣਾ ਰੋਟੀ ਰੋਜ਼ੀ ਕਮਾਉਂਦੇ ਆ, ਉਹ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਅਮਰੀਕਾ ਇੰਡੀਆ ਤੇ ਪ੍ਰੈਸ਼ਰ ਪਾ ਰਿਹਾ, ਔਰ ਇੰਡੀਆ ਉਸ ਪ੍ਰੈਸ਼ਰ 'ਚ ਆ ਚੁੱਕਿਆ ਕਿ ਪੋਲਟਰੀ ਪ੍ਰੋਡਕਟਸ, ਮੀਟ ਦੀਆਂ ਪ੍ਰੋਡਕਟਸ, ਜਿਹੜੇ ਵਿਚਾਰੇ ਮੁਰਗੀਆਂ ਪਾਲਣ ਕਰਦੇ ਆ ਗਰੀਬ ਜਿਹੜੇ ਕਿਸਾਨ ਆ, ਉਹਨਾਂ ਦਾ ਵੀ ਸਾਰਾ ਧੰਦਾ ਖਤਮ ਹੋ ਜਾਏਗਾ, ਕਿਉਂਕਿ ਬਹੁਤ ਸਸਤੇ ਮੁੱਲਾਂ ਦੇ ਉੱਤੇ, ਕੀਮਤਾਂ ਦੇ ਉੱਤੇ ਅਮਰੀਕਾ ਜਾਂ ਦੂਸਰੇ ਜਿਹੜੇ ਪ੍ਰੋਗਰੈਸਿਵ ਕੰਟਰੀ ਆ ਉਹ ਇਹਨਾਂ ਨੂੰ ਮੀਟ ਪ੍ਰੋਡਕਟਸ ਵੇਚਣਗੇ, ਔਰ ਜਿਹੜੀਆਂ ਮਿਲਕ ਪ੍ਰੋਡਕਟਸ ਆ ਨਿਊਜ਼ੀਲੈਂਡ ਜਾਂ ਦੂਸਰੇ ਮੁਲਕ ਜਿਹੜੇ ਆ ਉਹ ਇਹਨਾਂ ਨੂੰ ਵੇਚਣਗੇ। ਤਾਂ ਇਸ ਦੇ ਨਾਲ ਹਿੰਦੁਸਤਾਨ ਦੇ ਕਿਸਾਨ ਦੇ ਕੋਈ ਵੀ ਕਿੱਤਾ ਜਿਹੜਾ ਕਿਸਾਨੀ ਦੇ ਨਾਲ ਜਿਸ ਦਾ ਕੋਈ ਕਨੈਕਸ਼ਨ ਆ, ਚਾਹੇ ਤਾਂ ਜਿੰਸਾਂ ਉਗਾਉਣ ਦੀ ਗੱਲ ਆ, ਅਨਾਜ ਉਗਾਉਣ ਦੀ ਗੱਲ ਆ, ਚਾਹੇ ਪੋਇਟਰੀ ਦਾ ਕੰਮ ਆ, ਚਾਹੇ ਮਿਲਕ ਪ੍ਰੋਡਕਟਸ ਦਾ ਕੰਮ ਆ, ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਤੈਸ਼ ਨੈਸ਼ ਹੋ ਜਾਏਗਾ, ਔਰ ਸਾਰੇ ਜਿਹੜੇ ਵੱਡੇ ਵੱਡੇ ਧਨਾੜ ਆ ਉਹਨਾਂ ਨੇ ਆਪਣੀ ਚੀਜ਼ ਦੇ। ਔਰ ਮੈਂ ਇੱਥੇ ਹੋਰ ਵੀ ਦੱਸਣਾ ਚਾਹੁੰਦਾ, ਆਲਰੇਡੀ ਇਹਨਾਂ ਨੇ ਰਿਲਾਇੰਸ ਵਾਲਿਆਂ ਨੇ, ਮਦਾਤਾ ਵਾਲਿਆਂ ਨੇ, ਦੂਸਰਿਆਂ ਨੇ ਵੱਡੇ ਵੱਡੇ ਗੋਡਾਊਨ ਬਣਾ ਲਏ, ਜਿਹਨਾਂ ਨੂੰ ਅੰਗਰੇਜ਼ੀ ਸੀਲੋਸ ਕਹਿੰਦੇ ਆ। ਉਹ ਬਹੁਤ ਵੱਡੇ ਵੱਡੇ ਗੋਡਾਊਨ ਹੁੰਦੇ ਆ, ਔਰ ਉਹਨਾਂ ਨੇ ਹਜ਼ਾਰਾਂ ਏਕੜ ਧੂਰੀ ਕੋਲ ਉਹਨਾਂ ਨੇ ਬਣਾਏ ਆ, ਲੁਧਿਆਣੇ ਕੋਲ ਬਣਾਇਆ, ਹਜ਼ਾਰਾਂ ਏਕੜ ਜ਼ਮੀਨਾਂ ਖਰੀਦ ਕੇ ਬੜੇ ਬੜੇ ਗੋਡਾਊਨ ਬਣਾ ਲਏ, ਜਿਨ੍ਹਾਂ ਨੂੰ ਅੰਗਰੇਜ਼ੀ ਸੀਲੋ ਕਹਿੰਦੇ ਆ। ਆਲਰੇਡੀ ਉਹ ਤਿਆਰੀ ਕਰ ਚੁੱਕੇ ਆ, ਕਾਨੂੰਨ ਬਾਅਦ ਚ ਆ ਰਿਹਾ, ਕਿਉਂਕਿ ਉਹਨਾਂ ਦੀ ਮੋਦੀ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਤੇ ਹੀ ਕੰਮ ਕਰਦੇ। ਇੱਕ ਮੈਂ ਇੱਥੇ ਖਾਸ ਤੌਰ ਤੇ ਤੁਹਾਡੇ ਰਾਹੀਂ ਵਾਰਨ ਕਰਨਾ ਚਾਹੁੰਦਾ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਇਹਨਾਂ ਕਿਸਾਨਾਂ ਦੇ ਪੁੱਤ ਪੋਤੇ ਹੀ
ਬਾਰਡਰ ਦੇ ਉੱਤੇ ਲੜਦੇ ਮਰ ਰਹੇ ਆ। ਔਰ ਜਦ ਕਿ ਇੱਕ ਵੀ ਕਿਸਾਨ, ਇੱਕ ਵੀ ਗੁਜਰਾਤ ਦਾ ਫੈਮਿਲੀ ਦਾ ਮੈਂਬਰ ਕਿਸੇ ਬਾਰਡਰ ਦੇ ਉੱਤੇ ਨਹੀਂ ਹੈਗਾ, ਕਿਸੇ ਬਾਰਡਰ ਤੇ ਗੁਜਰਾਤ ਦੇ ਕਿਸੇ ਪਰਿਵਾਰ ਦਾ ਮੈਂਬਰ ਨਹੀਂ ਹੈਗਾ। ਔਰ ਕਿਹੜੇ ਮੈਂਬਰ ਆ? ਪੰਜਾਬ ਦੇ ਕਿਸਾਨਾਂ ਦੇ ਬੱਚੇ, ਹਰਿਆਣਾ ਦੇ ਕਿਸਾਨਾਂ ਦੇ ਬੱਚੇ, ਹਿਮਾਚਲ ਦੇ ਕਿਸਾਨਾਂ ਦੇ ਬੱਚੇ, ਸਭ ਤੋਂ ਵੱਧ ਸਿੱਖ ਪੈਸੈਂਟਰੀ, ਸਿੱਖ ਕਿਸਾਨ ਆ ਜਿਹੜੇ, ਉਹਦੇ ਬੱਚੇ ਉੱਥੇ ਮਰਦੇ ਆ। ਜੇ ਗਲਵਾਨ ਦੇ ਵਿੱਚ 20 ਟੋਟਲ ਫੌਜੀ ਮਰੇ, 5 ਸਿੱਖ ਮਰੇ, ਉਸ ਤੋਂ ਬਾਅਦ 1-2 ਹੋਰ ਸਿੱਖ ਮਰੇ। ਆ 3 ਸਿੱਖ ਜਿਹੜੇ ਸਿਪਾਹੀ ਮਰੇ ਆ ਗੋਲਾਬਾਰੀ ਵਿੱਚ ਪਰਸੋਂ ਪਾਕਿਸਤਾਨ ਦੇ ਬਾਰਡਰ ਦੇ ਉੱਤੇ, ਉਹਦੇ ਚ ਵੀ 1 ਸਿੱਖ। ਤੋਂ ਮਰਨ ਨੂੰ ਸਿੱਖ ਤੇ ਫਾਇਦੇ ਉਠਾਉਣ ਨੂੰ ਅੰਬਾਨੀ, ਅਡਾਨੀ, ਵਿਦਾਂਤਾ, ਹੋਰ ਜਿਹੜੇ ਗੁਜਰਾਤੀ ਵੱਡੇ ਵੱਡੇ ਬਿਜ਼ਨਸਮੈਨ ਹੈ। ਕਿਸ ਕਿਸਮ ਦਾ ਇਨਸਾਫ ਹੈ? ਕਿਸ ਕਿਸਮ ਦਾ ਇਨਸਾਫ ਹੈ? ਕਿਸ ਕਿਸਮ ਦੀ ਕਿਸਾਨਾਂ ਦੀ ਜਿਹੜੀ ਮਜਬੂਰੀ ਆ ਉਸ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਅੰਦਰ ਵੀ ਦੇਸ਼ ਦੇ ਬਾਹਰ ਬਾਰਡਰ ਦੇ ਉੱਤੇ। ਤੋਂ ਇਹ, ਔਰ ਜਦੋਂ ਇਹ ਕਿਸਾਨ ਇਸ ਤਰੀਕੇ ਨਾਲ ਪਰੇਸ਼ਾਨ ਹੋ ਗਿਆ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ, ਇਹ ਜਿਹੜਾ ਰਿਜ਼ੈਂਟਮੈਂਟ ਹੈ, ਇਹ ਪਰੇਸ਼ਾਨੀ ਉਹਨਾਂ ਲੋਕਾਂ ਦੇ ਬਾਰਡਰ ਤੇ ਜਾਏਗੀ। ਇਸ ਦੇ ਬੜੇ ਭਿਆਨਕ ਨਤੀਜੇ ਵੀ ਨਿਕਲ ਸਕਦੇ ਆ। ਤੋਂ ਇਸ ਕਰਕੇ ਸਰਕਾਰ ਨੂੰ ਕਈ ਪੱਖਾਂ ਤੋਂ ਇਹ ਸਾਰੀ ਸਮੱਸਿਆ ਨੂੰ ਸੋਚਣਾ ਚਾਹੀਦਾ। ਕਿੱਡੀ ਵੱਡੀਆਂ ਪੋਲਟਰੀ, ਕਿੱਡੇ ਕਿੱਡੇ ਵੱਡੇ ਵੱਡੇ ਪੋਲਟਰੀ ਫਾਰਮ ਆ ਕਿਸਾਨਾਂ ਦੇ ਬੱਚਿਆਂ ਦੇ ਹੀ, ਉਹ ਕਿੱਡੇ ਕਿੱਡੇ ਗਊਆਂ ਮੱਝਾਂ ਰੱਖੀਆਂ, ਵਿਚਾਰੇ ਦੁੱਧ ਵੇਚ ਰਹੇ ਆ। ਉਹ ਸਾਰਾ ਦਾ ਸਾਰਾ ਜਿਹੜਾ ਬਿਜ਼ਨਸ ਆ ਟੋਟਲੀ ਕ੍ਰੈਸ਼। ਲੋਕਾਂ ਨੇ ਯਾਰਡ ਬਣਾਏ ਹੋਏ, FCI ਕਿਰਾਏ ਤੇ ਦਿੱਤੇ ਹੋਏ ਆ, ਜਿਹੜੇ ਜਿੱਥੇ ਉਹ ਗੋਡਾਊਨ ਆਪਣਾ, ਜਿੱਥੇ ਉਹ ਅਨਾਜ ਰੱਖਦੇ ਆ, ਤਾਂ ਉਹ ਸਾਰੇ ਦੇ ਸਾਰੇ ਜ਼ੀਰੋ ਹੋ ਜਾਣਗੇ। ਔਰ ਹਜ਼ਾਰਾਂ ਕਰੋੜਾਂ ਦੀ ਡਿਵੈਲਪਮੈਂਟ ਜਿਹੜੀ ਮੰਡੀਆਂ ਦੀ ਹੋਈ ਵੀ ਆ, ਲੋਕਾਂ ਨੇ ਸੈਂਕੜੇ ਸਾਲਾਂ ਤੋਂ ਉੱਥੇ ਆਪਣੀਆਂ ਦੁਕਾਨਾਂ ਬਣਾਈਆਂ ਵੀ ਆ, ਆਪਣੇ ਯਾਰਡ ਬਣਾਏ ਹੋਏ ਆ, ਆਪਣੇ ਛੋਟੇ ਮੋਟੇ ਗੋਡਾਊਨ ਬਣਾਏ ਹੋਏ, ਉਹ ਸਾਰੇ ਦੇ ਸਾਰੇ ਜ਼ੀਰੋ ਹੋ ਜਾਣਗੇ। ਇਹ ਭੁਲੇਖਾ ਮਤ ਕਰੋ ਵੀ ਸਿੱਖ ਫਾਰਮਰ ਦੀ ਪ੍ਰੋਬਲਮ ਆ, ਇਸ ਦੇ ਨਾਲ ਹਿੰਦੂ ਵੀ ਮਲੀਆਮੈਂਟ ਹੋ ਜਾਣਗੇ, ਜਿਹੜੇ ਆੜਤੀਏ ਆ। ਔਰ ਇਸੇ ਤਰੀਕੇ ਨਾਲ ਜਿਨ੍ਹਾਂ ਨੇ ਗੋਡਾਊਨ ਬਣਾਇਆ, ਮੰਡੀਆਂ ਬਣਾਈਆਂ, ਉਹ ਸਾਰੀਆਂ ਮੰਡੀਆਂ ਤਾਂ ਯੂਜ਼ਲੈਸ ਹੋ ਜਾਣਗੀਆਂ। ਉਹ ਨਾ ਰਹਿਣ ਜੋਗੀਆਂ, ਨਾ ਕਿਸੇ ਹੋਰ ਕੰਮ ਦੇ ਵਿੱਚ ਆਉਣ ਜੋਗੀਆਂ। ਤੋਂ ਨਾ ਇੱਥੇ ਪੰਜਾਬ ਦੇ ਵਿੱਚ ਇੰਡਸਟਰੀ ਆ, ਨਾ ਇੱਥੇ ਕਿਸੇ ਹੋਰ ਕਿਸਮ ਦੀ ਕੋਈ ਚੀਜ਼ ਆ ਜਿਸ ਦੇ ਉੱਤੇ ਰੁਜ਼ਗਾਰ ਕੀਤਾ ਜਾਵੇ। ਲੱਖਾਂ, ਇਹ ਸਾਰੀ ਇੱਕ ਪਾਲਿਸੀ ਆ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਉਹਨਾਂ ਨੂੰ ਘਰੋਂ ਬੇਘਰ ਕਰਕੇ ਸ਼ਹਿਰਾਂ ਦੇ ਵਿੱਚ ਲਿਆਂਦਾ ਜਾਊਗਾ। ਸ਼ਹਿਰਾਂ ਦੇ ਵਿੱਚ ਉਹ ਮਜ਼ਦੂਰੀ ਕਰਨਗੇ, ਲੇਕਿਨ ਮਜ਼ਦੂਰੀ ਸ਼ਹਿਰਾਂ ਦੇ ਵਿੱਚ ਹੈ ਕਿੱਥੇ? ਕਿਸੇ ਜਗ੍ਹਾ ਵੀ ਅੱਜ ਮੁਲਕ ਦੇ ਵਿੱਚ ਕੋਈ ਰੁਜ਼ਗਾਰ ਨਹੀਂ, ਕੋਈ ਰੁਜ਼ਗਾਰ ਨਹੀਂ, ਕੋਈ ਕਿੱਤਾ ਨਹੀਂ। ਸਾਰੇ ਦੇ ਜਿਹੜੇ ਸਾਰੇ ਕਿੱਤੇ ਆ ਸਦੀਆਂ ਤੋਂ ਐਸਟੈਬਲਿਸ਼ਡ ਇੱਕ ਸਿਸਟਮ ਦੇ ਨਾਲ ਚੱਲ ਰਹੇ ਆ, ਉਹਨਾਂ ਨੂੰ ਮਲੀਆਮੈਂਟ ਕਰ ਰਹੀ ਆ ਮੋਦੀ ਸਰਕਾਰ। ਤੋਂ ਇਸ ਕਰਕੇ ਇਹਦੇ ਬੜੇ ਭਿਆਨਕ ਨਤੀਜੇ ਨਿਕਲਣਗੇ। ਲੋਕਾਂ ਦੇ ਵਿੱਚ ਬੇਚੈਨੀ ਆਏਗੀ, ਲੋਕ ਘਰੋਂ ਬੇਘਰ ਹੋ ਜਾਣਗੇ, ਲੋਕਾਂ ਦੇ ਰੁਜ਼ਗਾਰ ਖਤਮ ਹੋ ਜਾਣਗੇ, ਲੋਕਾਂ ਨੂੰ ਕੋਈ ਕਿੱਤਾ ਮਿਲੇਗਾ ਨਹੀਂ, ਤਾਂ ਲਾਲੈਸਨੈਸ ਹੋਏਗੀ ਇਸ ਮੁਲਕ ਦੇ ਵਿੱਚ। ਇਸ ਦੇ ਨਤੀਜਿਆਂ ਤੋਂ ਸਰਕਾਰ ਨੂੰ ਸੁਚੇਤ ਰਹਿਣ ਦੀ ਜ਼ਰੂਰਤ। ਸਰ, ਜਿਹੜਾ ਇਹ ਕਾਨੂੰਨ ਬਣਾਇਆ ਮੋਦੀ ਸਾਹਿਬ ਨੇ, ਬੀਜੇਪੀ ਗਵਰਨਮੈਂਟ ਨੇ, ਇਹਦੇ ਪਿੱਛੇ ਸਿਰਫ ਮੋਦੀ ਦੀ ਸੋਚ ਕੰਮ ਕਰਦੀ ਆ ਜਾਂ ਅੰਬਾਨੀ, ਅਡਾਨੀ ਦੇ ਉੱਪਰ ਵੀ, ਇਹਨਾਂ ਦੇ ਉੱਪਰ ਵੀ ਕੋਈ ਬੰਦਾ ਹੈਗਾ ਜਿਹੜਾ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਸਾਰੇ ਸਿਸਟਮ ਨੂੰ? ਦੇਖੋ, ਵਰਲਡ ਬੈਂਕ ਦੀ ਇਹਨਾਂ ਨੂੰ ਸੁਜੈਸ਼ਨ ਆਏ ਵੇ ਆ। ਸਾਰੀ ਦੁਨੀਆ ਦੀ ਇਸ ਵੇਲੇ ਜਿਹੜੀ ਸਿਆਸਤ ਆ ਉਹ ਧਨਾਟਾਂ ਦੇ ਹੱਕ ਵਿੱਚ ਭੁਗਤ ਰਹੀ ਆ। ਚਾਹੇ ਅਮਰੀਕਾ ਟਰੰਪ ਆ, ਚਾਹੇ ਯੂਰਪ ਆ, ਚਾਹੇ ਕੋਈ ਵੀ ਜਰਮਨੀ ਆ, ਫਰਾਂਸ ਆ, ਸਾਰੇ ਜਿਹੜੇ ਵੱਡੇ ਵੱਡੇ ਮੁਲਕ ਆ, ਤਾਕਤਵਰ ਮੁਲਕ ਆ, ਜਿਹੜੇ ਸਰਮਾਏਦਾਰੀ ਦੀ ਸਪੋਰਟ ਕਰ ਰਹੇ ਆ, ਗਰੀਬ ਬੰਦੇ ਦੀ ਉੱਥੇ ਵੀ ਸਪੋਰਟ ਨਹੀਂ। ਜਿਸ ਤਰ੍ਹਾਂ ਗਰੀਬ ਬੰਦਾ ਇੱਥੇ ਰੋਲ ਰਿਹਾ ਗਰੀਬ, ਉਸੇ ਤਰੀਕੇ ਨਾਲ ਉੱਥੇ ਵੀ ਰੋਲ ਰਿਹਾ ਗਰੀਬ। ਤੋਂ ਅੱਜ ਜ਼ਰੂਰਤ ਹੈ ਕਿ ਸਾਰੀ ਦੁਨੀਆ ਦੇ ਵਿੱਚ, ਆ ਦੇਖੋ, ਲੇਬਰ ਨਾਲ ਦੀ ਨਾਲ ਇਹ ਕਾਨੂੰਨ 3 ਬਣਾਉਣ ਦੇ ਨਾਲ ਲੇਬਰ ਲਾਅ ਵੀ ਇੰਟਰੋਡਿਊਸ ਕਰ ਦਿੱਤੇ ਉਹਨਾਂ ਨੇ, ਜਿਸ ਦੇ ਨਾਲ ਕੋਈ ਵੀ ਜਿਹੜੀ ਲੇਬਰ ਜਥੇਬੰਦੀ ਆ ਉਸ ਨੂੰ ਕਿਸੇ ਕਿਸਮ ਦੇ ਜਿਹੜੇ ਮਾੜੇ ਮੋਟੇ ਹੱਕ ਸੀ ਐਜੀਟੇਟ ਕਰਨ ਦੇ, ਜਾਂ ਉਹਨਾਂ ਨੂੰ ਕਿਸੇ ਕਿਸਮ ਦਾ ਆਪਣੇ ਹੱਕ ਮੰਗਣ ਦੀ ਜਿਹੜੀ ਉਹਨਾਂ ਨੂੰ ਤਾਕਤ ਦਿੱਤੀ ਗਈ ਸੀ, ਉਹ ਵੀ ਮਲੀਆਮੈਂਟ ਕਰ ਦਿੱਤੀ ਗਈ। ਨਾਲ ਦੀ ਨਾਲ ਹੀ ਲੇਬਰ ਲਾਜ਼ ਇੰਟਰੋਡਿਊਸ ਕੀਤੇ, 3 ਕਾਨੂੰਨਾਂ ਦੇ ਨਾਲ ਲੇਬਰ ਲਾਜ਼ ਵੀ ਇੰਟਰੋਡਿਊਸ ਕਰ ਦਿੱਤੇ ਆ। ਔਰ ਜਿਨ੍ਹਾਂ ਦੀ ਮੁਖਾਲਫਤ ਜਿਹੜੀਆਂ ਲੇਬਰ ਯੂਨੀਅਨਸ ਹੈਗੀਆਂ, ਜਿਹੜੀਆਂ ਰਿਲੇਟਡ ਆ RSS ਨਾਲ, ਉਹਨਾਂ ਨੇ ਪ੍ਰੋਟੈਸਟ ਕੀਤਾ। ਪਰ ਬਾਵਜੂਦ ਇਸ ਗੱਲ ਦੇ ਮੋਦੀ ਸਾਹਿਬ ਨੇ ਜਾਂ RSS ਵਾਲਿਆਂ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਤੋਂ ਇਸ ਕਰਕੇ ਇਹ ਬਹੁਤ ਵੱਡਾ ਛੜਯੰਤਰ ਆ, ਔਰ ਉਸ ਛੜਯੰਤਰ ਦੇ ਮੋਦੀ ਸਾਹਿਬ ਇੱਕ ਛੋਟੇ ਜਿਹੇ ਪੁਰਜੇ, ਔਰ ਜਿਹਦੇ ਨਾਲ ਲੋਕਾਂ ਦਾ, ਵਿਚਾਰਿਆਂ ਦਾ, ਕਿਰਤੀਆਂ ਦਾ,
ਕਿਸਾਨਾਂ ਦਾ, ਮਜ਼ਦੂਰਾਂ ਦਾ ਨਾਸ਼ ਮਾਰਿਆ ਜਾ ਰਿਹਾ। ਤੋ ਇਸ ਗੱਲ ਤੇ ਸਾਰੀ ਦੁਨੀਆ ਨੂੰ ਸੁਚੇਤ ਹੋਣਾ ਚਾਹੀਦਾ ਔਰ ਪੀਸਫੁਲੀ ਨॉन ਵਾਇਲੈਂਟਲੀ ਆਪਣਾ ਪ੍ਰੋਟੈਸਟ ਕਰਨਾ ਚਾਹੀਦਾ। ਜਿਹੜਾ ਹੁਣ ਐਜੀਟੇਸ਼ਨ ਚੱਲ ਰਹੇ ਨੇ ਪੰਜਾਬ ਦੇ ਵਿੱਚ, ਉਹਦੇ ਵਿੱਚ ਕੁਝ ਲੋਕ ਕਹਿ ਰਹੇ ਨੇ, ਡਰੇ ਵੀ ਹੋਏ ਨੇ ਕਿ ਹਥਿਆਰਬੰਦ ਸੰਘਰਸ਼ ਵੱਲ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆਇਆ ਸੀ ਕਿ ਕੁਝ ਇਦਾਂ ਦੀਆਂ ਐਕਟੀਵਿਟੀਜ਼ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਜੇ ਮੋਦੀ ਸਰਕਾਰ ਨੇ ਆਰਡੀਨੈਂਸ ਵਾਪਸ ਨਾ ਲਿਆ। ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਮੂਵਮੈਂਟ ਇਸ ਟਾਈਮ ਜਿਹੜੇ ਪੀਸਫੁਲੀ ਪ੍ਰੋਟੈਸਟ ਹੋ ਰਹੇ ਨੇ ਪੰਜਾਬ ਦੇ ਵਿੱਚ, ਇਹ ਕੱਲ ਨੂੰ ਦੂਸਰੇ ਪਾਸੇ ਨੂੰ ਵੀ ਮੂਵ ਕਰ ਸਕਦੇ ਆ, ਜਿਹੜਾ ਕਿ ਪੰਜਾਬ ਲਈ ਖਤਰਨਾਕ ਹੋਏਗਾ? ਦੇਖੋ, ਜਿਹੜੇ ਅਮਰਿੰਦਰ ਸਿੰਘ ਦਾ ਬਿਆਨ ਆ ਬਹੁਤ ਗੈਰ ਜ਼ਿੰਮੇਵਾਰਾਨਾ ਬਿਆਨ ਆ। ਤੇਰੇ ਕੋਲ ਕਿਹੜੀ ਇਨਫੋਰਮੇਸ਼ਨ ਆ ਜਿਸ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਤੂੰ ਕਿਸਾਨਾਂ ਦੇ ਉੱਤੇ ਐਡਾ ਬੜਾ ਇਲਜ਼ਾਮ ਲਾ ਰਿਹਾ? ਐਡੀ ਪੀਸਫੁਲ ਨॉन ਵਾਇਲੈਂਟ ਮੂਵਮੈਂਟ, ਇੰਨੇ ਲੱਖਾਂ ਦੀ ਤਾਦਾਦ 'ਚ ਲੋਕ ਇਕੱਠੇ ਹੋਏ, ਕਿਸੇ ਨੇ ਕਿਸੇ ਦੇ ਰੋੜੀ ਵੀ ਨਹੀਂ ਮਾਰੀ, ਕਿਸੇ ਨੇ ਕਿਸੇ ਨੂੰ ਗਾਲ ਵੀ ਨਹੀਂ ਕੱਢੀ। ਉਹ ਉਹਨਾਂ ਦਾ ਹੱਕ ਹੈ। ਡੈਮੋਕ੍ਰੈਟਿਕ ਸਿਸਟਮ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਹਰ ਜਿਹੜੀ ਜਥੇਬੰਦੀ ਹੈ ਉਹਦਾ ਅਧਿਕਾਰ ਹੈ ਕਿ ਉਹ ਆਪਣੀ ਗੱਲ ਰੱਖ ਸਕੇ ਪੀਸਫੁਲੀ ਨॉन ਵਾਇਲੈਂਟਲੀ ਡੈਮੋਕ੍ਰੈਟਿਕਲੀ। ਪਰ ਅਮਰਿੰਦਰ ਸਿੰਘ ਨੇ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ। ਜਿਸ ਕਿਸਮ ਦਾ ਬਿਆਨ ਇਸਨੇ ਕੋਈ 6-7 ਮਹੀਨੇ ਪਹਿਲਾਂ ਦਿੱਤਾ ਸੀ ਬਿਆਨ, ਟੋਰਾਂਟੋ ਦੇ ਵਿੱਚ ਇੱਕ ਰੈਸਟੋਰੈਂਟ ਤੇ ਬੰਬ ਬਲਾਸਟ ਹੋਇਆ ਸੀ, 2 ਮਿੰਟਾਂ ਦੇ ਅੰਦਰ ਅੰਦਰ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਵੀ ਖਾਲਿਸਤਾਨੀ ਜ਼ਿੰਮੇਵਾਰ ਹੈ ਇਸ ਗੱਲ ਲਈ। ਉਹ ਹਾਲੇ ਤੱਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉੱਥੋਂ ਦੀ ਜਿਹੜੀ ਪੁਲਿਸ ਆ ਬੜੀ ਸੁਚੇਤ ਆ, ਉਸਨੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਪਰ ਅਮਰਿੰਦਰ ਸਿੰਘ ਨੇ 5-7 ਮਿੰਟਾਂ ਦੇ ਵਿੱਚ ਹੀ ਇਸ ਕਿਸਮ ਦਾ ਬਿਆਨ ਦੇ ਕੇ ਸਿੱਖਾਂ ਨੂੰ ਅੰਦਰੂਨੀ ਤੌਰ ਤੇ ਜ਼ਿੰਮੇਵਾਰ ਠਹਿਰਾਇਆ। ਕਿੱਡੀ ਗੈਰ ਜ਼ਿੰਮੇਵਾਰਾਨਾ ਗੱਲ ਆ ਇਸ ਆਦਮੀ ਦੀ। ਕਿਹਦੇ ਕਹੇ ਤੋਂ ਇਹ ਗੱਲ ਕਹਿ ਰਿਹਾ ਇਹ ਰੱਬ ਜਾਣਦਾ, ਕਿਉਂ ਇਹ ਗੱਲ ਕਹਿ ਰਿਹਾ ਇਹ ਵੀ ਰੱਬ ਜਾਣਦਾ। ਪਰ ਇਹ ਗੱਲ ਬਹੁਤ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਆ। ਜਦ ਕਿ ਕੈਨੇਡਾ ਵਰਗੇ ਜਾਂ ਦੂਸਰੇ ਵੈਸਟਰਨ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਆ ਉਹ ਵਿਚਾਰੇ ਆਪਣਾ ਖੂਨ ਪਸੀਨਾ ਬਹਾ ਕੇ ਉੱਥੇ ਕੰਮ ਕਰ ਰਹੇ ਆ, ਖੇਤੀ ਕਰ ਰਹੇ ਆ, ਜਦ ਕਿ ਗੋਰੇ ਖੇਤੀਆਂ ਛੱਡ ਕੇ ਆਪਣੇ ਖੇਤ ਛੱਡ ਕੇ ਦੂਜੇ ਕੰਮਾਂ 'ਚ ਚਲੇ ਜਾ ਰਹੇ ਦਿਨ ਬ ਦਿਨ। ਇਟਲੀ ਦੇ ਵਿੱਚ ਜਿਹੜੇ ਸਿੱਖ ਆ ਉਹ ਵਿਚਾਰੇ ਉੱਥੇ ਜਿਹੜੀ ਫਾਰਮਿੰਗ ਉੱਥੇ ਹੁੰਦੀ ਆ, ਚੀਜ਼ ਵਗੈਰਾ ਜਿਹੜਾ ਉੱਥੇ ਪ੍ਰੋਡਿਊਸ ਹੁੰਦਾ ਉਹ ਸਾਰਾ ਸਿੱਖ ਹੀ ਕਰਦੇ ਆ। ਪਿੱਛੇ ਜੇ ਤੁਹਾਨੂੰ ਪਤਾ ਵੀ ਇੱਕ ਗਿਰ ਗਿਆ ਸੀਗਾ ਕੈਟਲ ਸ਼ੈੱਡ, ਉਸ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਬੰਦੇ ਮਾਰੇ ਗਏ ਸੀ। ਉਹ ਆਪਣੀ ਮਿਹਨਤ ਕਰਦੇ ਆ, ਆਪਣੀ ਕਮਾਈ ਕਰਦੇ ਆ, ਉਸ ਦੇ ਵਿੱਚੋਂ ਆਪਣੀ ਵਿਚਾਰੇ ਰੋਟੀ ਰੋਜ਼ੀ ਕਮਾਉਂਦੇ ਆ, ਤੇ ਤੂੰ ਉਹਨਾਂ ਨੂੰ ਇਸ ਕਿਸਮ ਦਾ ਬਲੇਮ ਲਾ ਕੇ, ਇਸ ਕਿਸਮ ਦੇ ਝੂਠੇ ਚਾਰਜ, ਬੇਬੁਨਿਆਦ ਬੇਤੁਕੇ ਚਾਰਜ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ, ਬਾਹਰ ਵੀ ਬਦਨਾਮ ਕਰ ਰਿਹਾ ਸਿੱਖਾਂ ਨੂੰ, ਅੰਦਰ ਵੀ ਬਦਨਾਮ ਕਰ ਰਿਹਾ ਸੀ। ਸਰ, ਆਖਰ ਦੇ ਵਿੱਚ ਤੁਸੀਂ ਕਿਸਾਨਾਂ ਨੂੰ ਅਪੀਲ ਕੀ ਕਰਨੀ ਚਾਹੋਗੇ? ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਕਈ ਮੋਰਚੇ ਫੇਲ ਹੋ ਚੁੱਕੇ ਆ ਔਰ ਆਮ ਲੋਕ ਜਿਹੜੇ ਸੀ ਮੋਰਚੇ ਲਾਉਂਦੇ ਰਹਿ ਗਏ, ਔਰ ਜਿਹੜੇ ਰਾਜਨੀਤਿਕ ਲੋਕ ਸੀ ਆਪਸ ਦੇ ਵਿੱਚ ਸਾਰਾ ਕੁਝ ਕਰਕੇ ਤੇ ਉਹ ਜਿਹੜੇ ਮਸਲੇ ਸੀ ਹੱਲ ਕਰਦੇ ਰਹੇ। ਆਪਾਂ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕਰਦੇ ਆ ਕਿ ਕਿੰਨੇ ਤਗੜੇ ਮੋਰਚੇ ਲੱਗੇ, ਕਿੰਨਾ ਖੂਨ ਖਰਾਬਾ ਹੋਇਆ, ਲੇਕਿਨ ਆਖਰ ਨੂੰ ਹੋਇਆ ਉਹੀ ਜੋ ਸੈਂਟਰ ਸਰਕਾਰ ਚਾਹੁੰਦੀ ਸੀ। ਹੁਣ ਵੀ ਤੁਸੀਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਜਿਹੜਾ ਪਾਸਟ ਸਾਡਾ ਨਿਕਲ ਗਿਆ ਸਮਾਂ, ਉਹ ਤੋਂ ਸਾਡੇ ਪੰਜਾਬੀ ਕੀ ਸਿੱਖ ਕੇ ਅੱਗੇ ਕਿਵੇਂ ਦੀ ਸਟ੍ਰੈਟਜੀ ਬਣਾ ਕੇ ਆਪਣਾ ਫਿਊਚਰ ਸਵਾਰ ਸਕਣ? ਦੇਖੋ, ਇੱਕ ਤਾਂ ਸੱਚੀ ਸੁੱਚੀ ਲੀਡਰਸ਼ਿਪ ਕਿਸਾਨਾਂ ਦੀ ਹੋਵੇ, ਜਿਹੜੀ ਕਿਸਾਨਾਂ ਦੇ ਹਿੱਤਾਂ ਦੇ ਨਾਲ ਜੁੜੀ ਹੋਵੇ, ਸਮਝਦਾਰ ਹੋਵੇ, ਸੂਝਵਾਨ ਹੋਵੇ, ਇਮਾਨਦਾਰ। ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਸੀ ਧਰਮ ਯੁੱਧ ਮੋਰਚੇ ਦੀ, ਉਸ ਦਾ ਸਾਰੀ ਲੜਾਈ ਦਾ ਜਿਹੜਾ ਸਾਰਾ ਮਤਲਬ ਸਾਰੀ ਚੀਜ਼ ਨੂੰ ਉਸਨੂੰ ਮੋੜ ਦਿੱਤੀ ਰਾਜੀਵ ਲੌਂਗੋਵਾਲ ਅਕੋਰਡ। ਹਰਚੰਦ ਸਿੰਘ ਲੌਂਗੋਵਾਲ ਨੇ ਬੇਈਮਾਨੀ ਦੇ ਨਾਲ, ਧੋਖਾਧੜੀ ਦੇ ਨਾਲ ਰਾਜੀਵ ਲੌਂਗੋਵਾਲ ਅਕੋਰਡ ਲਿਖ ਕੇ ਦੇ ਕੇ ਉਸ ਦੇ ਵਿੱਚ ਕਿਹਾ ਵੀ ਮੈਂ SYL ਪੱਟ ਕੇ ਦਊਂਗਾ ਵਿਸਾਖੀ 1986 ਤੱਕ। ਤੋਂ ਸਾਰੀ ਲੜਾਈ ਜਿੱਤੀ ਜਿਤਾਈ ਉਸਨੇ ਨੈਗੋਸ਼ੀਏਟਿੰਗ ਟੇਬਲ ਤੇ ਜਾ ਕੇ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਆਪ ਲਿਖ ਕੇ ਦੇ ਦਿੱਤਾ। ਬੇਈਮਾਨ ਹਰਚੰਦ ਸਿੰਘ ਲੌਂਗੋਵਾਲ, ਜਿਸਨੇ ਪੰਜਾਬ ਨੂੰ ਪਾਣੀਆਂ ਦੇ ਮੁੱਦੇ ਤੇ ਬਰਬਾਦ ਕੀਤਾ। ਇਸੇ ਤਰੀਕੇ ਨਾਲ ਜਿਹੜਾ ਦਰਬਾਰਾ ਸਿੰਘ ਸੀ, ਸੁਪਰੀਮ ਕੋਰਟ ਚੋਂ ਕੇਸ ਵਿਡਰਾ ਕਰਕੇ ਉਸਨੇ ਪੰਜਾਬ ਨੂੰ ਪਾਣੀਆਂ ਦੇ ਮੁੱਦੇ ਤੇ ਬਰਬਾਦ ਕੀਤਾ। ਅੱਜ ਜ਼ਰੂਰਤ ਹੈ ਕਿ ਕਿਸਾਨ ਜਿਹੜੇ ਇਹ ਐਜੀਟੇਸ਼ਨ ਚਲਾ ਰਹੇ ਆ ਉਹ ਇਸ ਗੱਲ ਤੋਂ ਸਬਕ ਸਿੱਖ ਲੈਣ ਕਿ ਇੱਕ ਤਾਂ ਨੈਗੋਸ਼ੀਏਟਿੰਗ ਟੇਬਲ ਤੇ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈਗਾ,
ਔਰ ਜੇ ਉਹ ਉੱਥੇ ਜਾਣ, ਉਹਨਾਂ ਦੀ ਲੀਡਰਸ਼ਿਪ ਸਿਆਣੀ ਵੀ ਹੋਵੇ, ਇਮਾਨਦਾਰ ਵੀ ਹੋਵੇ, ਸੁਚੱਜੀ ਵੀ ਹੋਵੇ, ਔਰ ਉਹ ਗੱਲ ਨੂੰ ਸਮਝ ਸਕਣ ਹਰ ਪੱਖਾਂ ਤੋਂ। ਉਹੋ ਜਿਹੇ ਲੀਡਰ ਜੇ ਜਾਣਗੇ ਤਾਂ ਕੁਛ ਨਾ ਕੁਛ ਕੱਢ ਲਿਆਉਣਗੇ। ਜੇ ਹਰਚੰਦ ਸਿੰਘ ਲੌਂਗੋਵਾਲ ਵਰਗੇ, ਦਰਬਾਰਾ ਸਿੰਘ ਵਰਗੇ ਲੀਡਰ ਹੋਏ ਤਾਂ ਸਭ ਕੁਝ ਲੁਟਾ ਕੇ ਆ ਜਾਣਗੇ। ਢਿੱਲੋਂ ਸਾਹਿਬ ਤੁਹਾਡਾ ਧੰਨਵਾਦ। ਪਰ ਜਿਹੜੇ ਹਾਲਾਤ ਨੇ, ਜਿਹੜੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨੇ, ਉਹਨਾਂ ਦੇ ਵਿੱਚ ਵੀ ਕੋਈ ਸਿਆਣਾ ਬੰਦਾ ਨਜ਼ਰ ਨਹੀਂ ਆਉਂਦਾ। ਔਰ ਮੋਸਟਲੀ ਉਹਨਾਂ ਦੇ ਕਈਆਂ ਦੀ ਬੈਕਗਰਾਉਂਡ ਵੀ ਦੱਸਦੀ ਹੈ ਕਿ ਉਹਨਾਂ ਨੇ ਕਿਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨਾਲ ਰਲ ਕੇ ਫਾਇਦੇ ਚੱਕੇ ਨੇ ਔਰ ਕਿਸਾਨਾਂ ਨੂੰ ਕਿਵੇਂ ਧੋਖੇ ਦਿੱਤੇ। ਸੋ ਜਿਹੜੇ ਵੀ ਕਿਸਾਨ ਆਗੂ ਜਾਂ ਆਮ ਲੋਕ ਇਹ ਗੱਲਬਾਤ ਨੂੰ ਢਿੱਲੋਂ ਸਾਹਿਬ ਦੀ ਨੂੰ ਸੁਣਦੇ ਹੋਣ, ਆਪਣੀ ਗੱਲ ਪੱਲੇ ਬੰਨ੍ਹ ਲੈਣਾ ਆਪਣੇ ਪੱਲੇ ਕਿ ਤੁਹਾਨੂੰ ਇੱਕ ਰਾਜਨੀਤਿਕ ਸੋਲੂਸ਼ਨ ਤੋਂ ਬਿਨਾਂ ਕੁਝ ਵੀ ਤੁਹਾਡਾ ਸੋਲੂਸ਼ਨ ਨਹੀਂ ਹੋਣਾ, ਕਿਉਂਕਿ ਤੁਸੀਂ ਮੁੜ ਕੇ ਫਿਰ ਰਾਜਨੀਤਿਕ ਲੋਕਾਂ ਦੇ ਕੋਲ ਹੀ ਜਾਣਾ। ਕਾਨੂੰਨ ਇਹਨਾਂ ਨੇ ਪਾਸ ਕਰਨੇ ਆ ਔਰ ਉਹ ਪਾਸ ਉਹੀ ਕਾਨੂੰਨ ਕਰਨੇ ਜੋ ਇਹਨਾਂ ਨੂੰ ਮਨ ਭਾਉਂਦੇ ਆ, ਤੁਹਾਡੀ ਕਿਤੇ ਵੀ ਰਾਏ ਨਹੀਂ ਲਈ ਜਾਣੀ। ਸੋ ਇਸ ਕਰਕੇ ਆਪਣਾ ਪੋਲੀਟੀਕਲ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਢਿੱਲੋਂ ਸਾਹਿਬ ਦਾ ਧੰਨਵਾਦ ਤੇ ਦਰਸ਼ਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਨੂੰ ਸੁਣਿਆ। ਸਾਨੂੰ ਦਿਓ ਇਜਾਜ਼ਤ। ਧੰਨਵਾਦ।